सत श्री अकाल जी सारिਆਂ ਨੂੰ। मैं अमनदीप कौर हाजिर ਹਾਂ ਜੀ ਤੁਹਾਡੀ BA ਸੈਕੰਡ ਈਅਰ ਦੀ ਪੰਜਾਬੀ ਦੀ ਕਲਾਸ ਦੇ ਨਾਲ। ਸਾਡੀ ਇਸ BA ਸੈਕੰਡ ਈਅਰ ਦੀ ਚੱਲਦੀ ਪੰਜਾਬੀ ਦੀ ਕਲਾਸ ਦੇ ਵਿੱਚ ਅਸੀਂ ਕਰ ਰਹੇ ਹਾਂ ਜੀ ਸ਼ਾਹ ਮੌਜ ਦੀ ਰਚਨਾ ਹਿੰਦ ਪੰਜਾਬ ਦੀ ਜੰਗ, ਜੋ ਕਿ ਜਾਗਰਾਵਾਂ ਸਿੰਘਾਂ ਤੇ ਫਰੰਗੀਆਂ ਦਾ ਵਿੱਚੋਂ ਲਈ ਗਈ ਹੈ ਜੀ। ਇਸ ਰਚਨਾ ਦੇ ਵਿੱਚ ਅਸੀਂ ਪਿਛਲੀ ਕਲਾਸ ਦੇ ਵਿੱਚ ਜਿਹੜੀ ਹੈ ਸ਼ੁਰੂਆਤ ਜਿਹੜੀ ਆ ਉਹ ਕਰ ਚੁੱਕੇ ਹਾਂ ਜੀ ਸਾਡੀ ਇਸ ਹਿੰਦ ਪੰਜਾਬ ਦੀ ਜੰਗ ਦੀ, ਜਿਹਦੇ ਵਿੱਚ ਸ਼ੁਰੂਆਤ ਵਿੱਚ ਅਸੀਂ ਦੇਖਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ ਹੁਣ ਜਿਹੜੀ ਸਿੱਖ ਫੌਜ ਹੈ ਉਸ ਵਿੱਚ ਬਹੁਤ ਜ਼ਿਆਦਾ ਹੀ ਹਨੇਰਗਰਦੀ ਗੁੱਛਾਗਰਦੀ ਜਿਹੜੀ ਹੈ ਉਹ ਫੈਲ ਚੁੱਕੀ ਹੈ। ਸਿੱਖ ਫੌਜ ਦੇ ਸਿਰ ਤੇ ਕੋਈ ਵੀ ਰਾਜ ਕਰਨ ਵਾਲਾ ਨਹੀਂ ਰਿਹਾ ਸੀ, ਜਿਸ ਕਰਕੇ ਆਪ ਮੁਹਾਰੀ ਹੋਈ ਇਹ ਜਿਹੜੀ ਸਿੱਖ ਫੌਜ ਹੈ ਇਹ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਕਿਸੇ ਵੀ ਰਾਜੇ ਨੂੰ ਜਿਹੜੀ ਹੈ ਰਾਜ ਗੱਦੀ ਉੱਤੇ ਬੈਠਣ ਹੀ ਨਹੀਂ ਦਿੰਦੀ ਸੀ। ਜੋ ਕੋਈ ਵੀ ਰਾਜਾ ਮਹਾਰਾਜਾ ਜਾਂ ਰਾਜਕੁਮਾਰ ਇਸ ਗੱਦੀ ਉੱਤੇ ਬੈਠਦਾ ਸੀ, ਸਿੱਖ ਫੌਜ ਦੇ ਦੁਆਰਾ ਉਸ ਦਾ ਕਤਲ ਕਰ ਦਿੱਤਾ ਜਾਂਦਾ ਸੀ। ਸੋ ਸਿੱਖ ਫੌਜ ਦੇ ਦੁਆਰਾ ਬਹੁਤ ਜ਼ਿਆਦਾ ਸਰਦਾਰਾਂ ਦੇ ਰਾਜੇ ਮਹਾਰਾਜਾ ਦੇ ਜਿਹੜੇ ਕਤਲ ਆ ਉਹ ਕੀਤੇ ਜਾ ਚੁੱਕੇ ਸਨ। ਤੇ ਜਿਹੜੀ ਇਸ ਲੜਾਈ ਦੇ ਵਿੱਚ ਹੀ ਇਸ ਗੱਲ ਦਾ ਜਿਹੜਾ ਪਤਾ ਜਦੋਂ ਜਵਾਹਰ ਸਿੰਘ ਨੂੰ ਲੱਗ ਜਾਂਦਾ ਹੈ, ਜਵਾਹਰ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਕਾਲ ਵਿੱਚ ਪ੍ਰਧਾਨ ਮੰਤਰੀ ਦੇ ਪਦ ਤੇ ਸੀ, ਤਾਂ ਉਹ ਮਹਾਰਾਜਾ ਦਲੀਪ ਸਿੰਘ ਨੂੰ ਲੈ ਕੇ ਜਿਹੜਾ ਮਹਾਰਾਜਾ ਜਵਾਹਰ ਸਿੰਘ ਹੈ ਉਹ ਮਹਾਰਾਜਾ ਦਲੀਪ ਸਿੰਘ ਜੀ ਦਾ ਮਾਮਾ ਹੈ ਤੇ ਰਾਣੀ ਜਿੰਦਾ ਦਾ ਭਰਾ ਹੈ, ਰਾਣੀ ਜਿੰਦ ਕੌਰ ਦਾ ਭਰਾ ਹੈ। ਤੇ ਜਵਾਹਰ ਸਿੰਘ ਜਿਹੜਾ ਦਲੀਪ ਸਿੰਘ ਨੂੰ ਲੈ ਕੇ ਉੱਥੋਂ ਚਲੇ ਜਾਣਾ ਚਾਹੁੰਦਾ ਹੈ, ਪਰ ਉਹ ਸਿੱਖ ਫੌਜ ਦੇ ਜਿਹੜਾ ਹੱਥ ਲੱਗ ਜਾਂਦਾ ਹੈ ਤੇ ਸਿੱਖ ਫੌਜ ਦੇ ਦੁਆਰਾ ਸੰਗੀਨਾ ਮਾਰ ਮਾਰ ਕੇ ਜਿਹੜਾ ਬੰਦੂਕ ਦੇ ਅੱਗੇ ਜਿਹੜਾ ਭਾਲੇ ਦੀ ਤਰ੍ਹਾਂ ਲੱਗਿਆ ਹੁੰਦਾ ਲੋਹਾ ਉਹਨੂੰ ਕਹਿੰਦੇ ਜੀ ਸੰਗੀਨਾ ਮਾਰ ਮਾਰ ਕੇ ਬੜੀ ਹੀ ਬੇਰਹਿਮੀ ਦੇ ਨਾਲ ਉਸਦਾ ਜਿਹੜਾ ਕਤਲ ਹੈ ਕਰ ਦਿੱਤਾ ਜਾਂਦਾ ਹੈ। ਤਾਂ ਜਵਾਹਰ ਸਿੰਘ ਜਿਹੜਾ ਕਿ ਮਹਾਰਾਣੀ ਜਿੰਦ ਕੌਰ ਦਾ ਜਿਹੜਾ ਭਰਾ ਹੈ, ਜਦੋਂ ਉਸ ਦਾ ਕਤਲ ਕੀਤਾ ਜਾਂਦਾ ਹੈ ਤਾਂ ਰਾਣੀ ਜਿੰਦਾ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਤੇ ਜਿਹੜਾ ਮਹਾਰਾਣੀ ਜਿੰਦ ਕੌਰ ਹੈ ਜਾਂ ਰਾਣੀ ਜਿੰਦਾ ਹੈ ਉਸ ਨੂੰ ਵੀ ਸਿੱਖ ਫੌਜ ਦੇ ਦੁਆਰਾ ਕਰਨਾਲ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ। ਹੁਣ ਮਹਾਰਾਣੀ ਜਿਹੜੀ ਜਿੰਦਾ ਹੈ ਉਸ ਨੂੰ ਸਿੱਖਾਂ ਦੇ ਦੁਆਰਾ ਜਿਹੜਾ ਕਿ ਕੈਦ ਕਰ ਦਿੱਤਾ ਗਿਆ ਹੈ, ਤਾਂ ਜਿਹੜੀ ਸਿੱਖ ਫੌਜ ਹੈ ਉਹ ਮਹਾਰਾਣੀ ਜਿੰਦਾ ਨੂੰ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਵੀ ਕਰਦੀ ਹੈ। ਉਸ ਦੇ ਕੋਲੋਂ ਤਨਖਾਹਾਂ ਜ਼ਿਆਦਾ ਤਨਖਾਹਾਂ ਦੇਣ ਦੀ ਮੰਗ ਕੀਤੀ ਜਾਂਦੀ ਹੈ। ਇਨਾਮ ਦੇ ਵਿੱਚ ਕੜੇ ਕੈਂਠੇ ਜਿਹੜਾ ਹੈ ਉਹ ਵੀ ਮੰਗੇ ਜਾਂਦੇ ਹਨ। ਪਰ ਜਿਹੜੀ ਮਹਾਰਾਣੀ ਜਿੰਦਾ ਹੈ ਉਹ ਇੱਕ ਤਾਂ ਸਿੱਖ ਫੌਜ ਤੋਂ ਬਹੁਤ ਜ਼ਿਆਦਾ ਤੰਗ ਆਈ ਹੋਈ ਹੈ ਤੇ ਦੂਸਰਾ ਉਹ ਆਪਣੇ ਭਰਾ ਦੀ ਮੌਤ ਦੇ ਕਾਰਨ ਵੀ ਬਹੁਤ ਦੁਖੀ ਹੈ। ਮਹਾਰਾਣੀ ਜਿੰਦਾ ਆਪਣੇ ਭਰਾ ਦੀ ਮੌਤ ਦਾ ਬਦਲਾ ਜਿਹੜਾ ਕਿ ਸਿੱਖ ਫੌਜ ਤੋਂ ਲੈਣਾ ਚਾਹੁੰਦੀ ਹੈ। ਸਿੱਖ ਫੌਜ ਦੇ ਤੋਂ ਇਹ ਬਦਲਾ ਲੈਣ ਦੇ ਲਈ ਉਹ ਸੋਚਦੀ ਹੈ ਕਿ ਉਹ ਕਿਸ ਅਜਿਹੇ ਇਨਸਾਨ ਨੂੰ ਕਿ ਅੰਗਰੇਜ਼ਾਂ ਦੇ ਵਿੱਚੋਂ ਜਾਂ ਅੰਗਰੇਜ਼ਾਂ ਵਿੱਚੋਂ ਕਿਸ ਨੂੰ ਕੱਢ ਕੇ ਅਜਿਹੇ ਇਨਸਾਨ ਨੂੰ ਲਿਆਵੇ ਜੋ ਇਸ ਫੌਜ ਤੋਂ ਉਸ ਦੀ ਜਿਹੜੀ ਕਿ ਬਦਲਾ ਲੈ ਸਕੇ। ਸੋ ਜਿਹੜੀ ਮਹਾਰਾਣੀ ਜਿੰਦਾ ਹੈ ਆਪਣਾ ਬਦਲਾ ਲੈਣ ਦੇ ਲਈ ਸੋਚਦੀ ਹੈ ਕਿ ਉਹ ਪੰਜਾਬ ਵਿੱਚ ਅਜਿਹਾ ਹਮਲਾ ਕਰੇਗੀ ਕਿ ਜਿਹੜਾ ਕਿ ਬੇਮਿਸਾਲ ਹੋਵੇਗਾ, ਜਿਸ ਦੀਆਂ ਵਾਰਾਂ ਗਾਈਆਂ ਜਾਣਗੀਆਂ ਤੇ ਇਸ ਦੇ ਲਈ ਫਿਰ ਉਹ ਪੰਜਾਬ ਦੀਆਂ ਜਿਹੜੀਆਂ ਪੰਜਾਬਣਾਂ ਹੈ ਉਸ ਨੂੰ ਰੰਗੀਆਂ ਕਰਨ ਦੇ ਬਾਰੇ ਉਹਨਾਂ ਦੇ ਜਿਹੜੇ ਸੁਹਾਗ ਦੇ ਚਿੰਨ੍ਹ ਹਨ, ਚੂੜਾ, ਬਾਲੀਆਂ, ਡੰਡੀਆਂ ਸਭ ਕੁਝ ਲਾਉਣ ਬਾਰੇ ਵੀ ਸੋਚਦੀ ਹੈ। ਸੋ ਆਪਣੇ ਇਸ ਬਦਲੇ ਨੂੰ ਲੈਣ ਦੇ ਲਈ ਮਹਾਰਾਣੀ ਜਿੰਦਾ ਫਿਰ ਅੰਗਰੇਜ਼ਾਂ ਨੂੰ ਜਿਹੜਾ ਕਿ ਫਰਾਂਸੀਸੀ ਹਨ ਅੰਗਰੇਜ਼ਾਂ ਨੂੰ ਜਿਹੜੇ ਕਿ ਇੱਕ ਗੁਪਤ ਚਿੱਠੀ ਲਿਖਦੀ ਹੈ। ਅੰਗਰੇਜ਼ਾਂ ਨੂੰ ਲਿਖੀ ਗੁਪਤ ਚਿੱਠੀ ਵਿੱਚ ਉਹ ਜਿਹੜੀ ਅੰਗਰੇਜ਼ਾਂ ਨੂੰ ਪਹਿਲਾਂ ਤਾਂ ਆਪਣੀ ਖੈਰ ਖੈਰੀਅਤ ਦੱਸਦੀ ਹੈ, ਫਿਰ ਉਹ ਅੰਗਰੇਜ਼ਾਂ ਨੂੰ ਕਹਿੰਦੀ ਹੈ ਕਿ ਉਹ ਜਿਹੜਾ ਪੰਜਾਬ ਦੇ ਉੱਤੇ ਹਮਲਾ ਕਰ ਦੇਣ ਤੇ ਉਹ ਇਸ ਹਮਲੇ ਵਿੱਚ ਉਹਨਾਂ ਦਾ ਪੂਰਨ ਤੌਰ ਤੇ ਸਾਥ ਦੇਵੇਗੀ। ਸੋ ਅੰਗਰੇਜ਼ਾਂ ਨੂੰ ਉਹ ਪਹਿਲਾਂ ਕਹਿੰਦੀ ਹੈ ਕਿ ਉਹ ਸਤਲੁਜ ਪਾਰ ਦਾ ਜਿਹੜਾ ਇਲਾਕਾ ਹੈ ਉਹ ਆ ਕੇ ਮੰਨ ਲੈਣ, ਤੇ ਜਦੋਂ ਉਹ ਸਤਲੁਜ ਪਾਰ ਦਾ ਇਲਾਕਾ ਜਿਹੜਾ ਕਿ ਖਾਲੀ ਪਿਆ ਹੈ ਉਸ ਨੂੰ ਆ ਕੇ
ਮੰਨ ਲੈਣਗੇ ਤਾਂ ਫਿਰ ਜਦੋਂ ਸਿੱਖ ਫੌਜ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਸਿੱਖ ਫੌਜ ਉਸ ਉੱਤੇ ਚੜ੍ਹਾਈ ਕਰ ਦੇਵੇਗੀ ਤੇ ਇਸ ਚੜ੍ਹਾਈ ਕਰਨ ਦੇ ਦੌਰਾਨ ਹੀ ਉਹ ਅਜਿਹੇ ਲੋਕਾਂ ਨੂੰ ਹੀ ਅੱਗੇ ਕਰੇਗੀ ਜਿਨ੍ਹਾਂ ਨੂੰ ਉਸ ਦੀ ਅੰਗਰੇਜ਼ਾਂ ਦੇ ਨਾਲ ਕੀਤੀ ਹੋਈ ਸਾਂਝਵਾਸ ਦਾ ਕੋਈ ਪਤਾ ਹੀ ਨਹੀਂ ਹੋਵੇਗਾ। ਸੋ ਜਿਹੜੇ ਲੋਕ ਉਸ ਲੜਾਈ ਵਿੱਚ ਅੱਗੇ ਜਾਣਗੇ ਤਾਂ ਪਿੱਛੋਂ ਜਿਹੜੀ ਉਹਨਾਂ ਨੂੰ ਭੇਜੀ ਜਾਣ ਵਾਲੀ ਸਹਾਇਤਾ ਹੈ ਉਹ ਵੀ ਮਹਾਰਾਣੀ ਜਿਹੜੀ ਹੈ ਉਹ ਬੰਦ ਕਰ ਦੇਵੇਗੀ। ਇਸ ਤਰ੍ਹਾਂ ਉਹਨੂੰ ਪਿੱਛੋਂ ਕੋਈ ਸਹਾਇਤਾ ਨਹੀਂ ਮਿਲ ਸਕੇਗੀ ਤਾਂ ਅੱਗੋਂ ਉਹ ਅੰਗਰੇਜ਼ ਜਿਹੜੇ ਹਨ ਉਹ ਉਹਨਾਂ ਨੂੰ ਖਤਮ ਕਰ ਦੇਣ। ਸੋ ਇਸ ਤਰ੍ਹਾਂ ਉਹ ਚਾਹੁੰਦੀ ਹੈ ਕਿ ਉਹ ਸਿੱਖਾਂ ਨੂੰ ਅਜਿਹੀ ਬੁਰੀ ਮੌਤ ਮਾਰਨ ਕਿ ਉਹਨਾਂ ਦੇ ਮੁਰਦੇ ਵੀ ਜਿਹੜਾ ਪ੍ਰਦੇਸ਼ਾਂ ਦੇ ਵਿੱਚ ਹੀ ਰੁਲਦੇ ਫਿਰਨ। ਸੋ ਇਸ ਤਰ੍ਹਾਂ ਜਿਹੜੀ ਮਹਾਰਾਣੀ ਜਿੰਦਾ ਹੈ ਉਹ ਆਪਣਾ ਜਿਹੜਾ ਬਦਲਾ ਹੈ ਉਹ ਲੈਣਾ ਚਾਹੁੰਦੀ ਹੈ ਤੇ ਆਪਣਾ ਜਿਹੜਾ ਉਸਦੇ ਸਿਰ ਤੇ ਉਧਾਰ ਜਿਹੜਾ ਸਿੱਖ ਫੌਜ ਨੇ ਚਾੜਿਆ ਸੀ ਉਸ ਨੂੰ ਅੰਗਰੇਜ਼ਾਂ ਦੇ ਦੁਆਰਾ ਸਿੱਖਾਂ ਦੇ ਉੱਤੇ ਕੀਤੇ ਗਏ ਹਮਲੇ ਦੁਆਰਾ ਉਹ ਉਤਾਰਨਾ ਚਾਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜੀ ਇੱਥੋਂ ਤੱਕ ਦੀ ਜਿਹੜੀ ਆਪਾਂ ਹਿੰਦ ਪੰਜਾਬ ਦੀ ਜੰਗ ਹੈ ਉਹ ਆਪਣੀ ਪਿਛਲੀ ਕਲਾਸ ਦੇ ਵਿੱਚ ਕੀਤੀ ਸੀ। ਸੋ ਅੱਗੇ ਚੱਲਦੇ ਹਾਂ ਜੀ, ਅੱਗੇ ਦੇਖਦੇ ਹਾਂ ਕਿ ਇਸ ਲੜਾਈ ਦੇ ਵਿੱਚ ਕੀ ਹੁੰਦਾ ਹੈ, ਕਿੱਥੇ ਤੱਕ ਜਿਹੜੀ ਸਿੱਖ ਫੌਜ ਆ ਉਹ ਪਹੁੰਚਦੀ ਹੈ, ਉਸਦਾ ਕੀ ਹਸ਼ਰ ਹੁੰਦਾ ਹੈ, ਮਹਾਰਾਣੀ ਜਿੰਦਾ ਹੋਰ ਕੀ ਚਾਲ ਜਿਹੜੀ ਚੱਲਦੀ ਹੈ ਉਹ ਅਸੀਂ ਕਰਾਂਗੇ ਜੀ ਸਾਡੀ ਅਗਲੀ ਰਚਨਾ ਦੇ ਵਿੱਚ। ਸੋ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਹਾਂ ਜੀ ਹਿੰਦ ਪੰਜਾਬ ਦੀ ਜੰਗ, ਜਿਹਦੇ ਵਿੱਚ ਅਸੀਂ ਅੱਗੇ ਦੇਖਦੇ ਹਾਂ ਕੀ ਹੋ ਰਿਹਾ ਹੈ। ਸੋ ਹਿੰਦ ਪੰਜਾਬ ਦੀ ਜੰਗ ਦੇ ਵਿੱਚ ਜਿਹੜਾ ਕਹਿੰਦੇ ਲੰਡਨ ਕੰਪਨੀ ਸਾਹਿਬ ਕਿਤਾਬ ਦਿੱਤੀ। ਹੁਣ ਮਹਾਰਾਣੀ ਜਿਹੜੀ ਜਿੰਦਾ ਹੈ ਉਸ ਨੇ ਜਿਹੜਾ ਅੰਗਰੇਜ਼ਾਂ ਨੂੰ ਚਿੱਠੀ ਲਿਖ ਦਿੱਤੀ ਹੈ ਤੇ ਅੰਗਰੇਜ਼ ਜਿਹੜੇ ਕਿ ਇਸ ਹਮਲੇ ਲਈ ਤਿਆਰ ਹੋ ਚੁੱਕੇ ਹਨ। ਸੋ ਹੁਣ ਦੇਖਦੇ ਹਾਂ ਜੀ ਅੰਗਰੇਜ਼ ਜਿਹੜੇ ਹਨ ਉਹ ਇਸ ਹਮਲੇ ਵਿੱਚ ਕੀ ਕਰਦੇ ਹਨ। ਕਹਿੰਦੇ ਲੰਡਨ ਕੰਪਨੀ ਸਾਹਿਬ ਕਿਤਾਬ ਦਿੱਤੀ, ਇਹਨਾਂ ਲਾਟਾਂ ਵਿੱਚੋਂ ਕੌਣ ਲੜੇਗਾ ਜੀ। ਇਹਨਾਂ ਨੇ ਕੌਣ ਲਿਖਿਆ, ਮਤਲਬ ਕੌਣ ਲੜੇਗਾ, ਠੀਕ ਹੈ ਜੀ। ਕਹਿੰਦੇ ਟੁੰਡੀ ਲਾਟ ਨੇ ਚੁੱਕਿਆ ਆਣ ਬੀੜਾ, ਹਮ ਸਿੰਘ ਸਿਓ ਜਾਏ लड़ेगा जी। घंटे 3 में जा लाहौर मारा, घंटे 3 में जा लाहौर मारा, इस बात में फर्क ना पड़े कोई पड़ेगा जी। कहते शाह मुहम्मदा फगणों 13वीं नूं, शाह मुहम्मदा फगणों 13वीं नूं हम शहर लाहौर विच बढ़ेगा जी। सो पहला जिस दे विच जिहड़ा जदों हुण महाराणी जिंदा दी द्वारा लिखी हुई जिहड़ी कोई चिट्ठी है वह अंग्रेज़ों को प्राप्त हो चुकी है ते अंग्रेज जिहड़े हमला करने के लिए तैयार हैं। सो अंग्रेज जिहड़े कि हमला करने के लिए तैयार हैं तो अंग्रेज़ों के विच ये पूछा जाता है कि ईस्ट इंडिया जिहड़ी कंपनी है लंदन विच जदों ईस्ट इंडिया कंपनी ने दे मुखी ने राणी जिंद कौर की चिट्ठी नूं पढ़िया ते उस तो बाद हमला करने की तैयारी की तो उसने पूछा कि केड़ा अंग्रेज जिहड़ा ऑफिसर है, केड़ा अजिहा अंग्रेज अफसर जिहड़ा कि पंजाब के उत्ते हमला करने के लिए जाएगा। सो कहते अंग्रेज जिहड़ा लॉर्ड सिखां दे नाल लड़ाई करने लिए जाएगा तो इस समय ये जिहड़ी जिम्मेवारी सी वो लॉर्ड कहते लंडन कंपनी साहिब किताब डिठी मतलब चिट्ठी पढ़ ली तो उसने पूछा कि कौन जिहड़ा कि पंजाब उत्ते हमला करने लिए जाएगा तो कहते टुंडे लाट ने चुकिया आन बीड़ा तो लॉर्ड हैनरी हार्डिंग जो कि टुंडा सी, इसका हक नहीं सी, टुंडा सी, उसने जिहड़ा इस लड़ाई विच लड़न का जिहड़ा बीड़ा सी वो अपने सिर ते लै लिया। उसने इस लड़ाई में लड़न का जिहड़ा बीड़ा सी वो उठाया, हम सिंह सियों जाके लड़ेगा जी ते कहा कि मैं जिहड़ा कि सिखां दे नाल जाके लड़ांगा, मैं सिंघां नाल जाके लड़ाई करांगा। यह हमला कहंदा घंटे 3 में जा लाहौर मारा, इस बात में फर्क ना पड़ेगा जी। कहंदा ये जिहड़ा हमला मेरे द्वारा किया जाएगा वो हमला इन्ना ज़्यादा जोरदार होगा, ये जिहड़ा मैं हमला करांगा वो इन्ना ज़्यादा जोरदार होगा कि वो 3 घंटिया ही लाहौर नूं फतेह
कर लवेगा। अपने हमले बारे दसदा है कि जिहड़ा मैं ये हमला करांगा, ये हमला इन्ना कुछ जोरदार होवेगा कि मैं 3 घंटिਆਂ ਵਿੱਚ जाके लाहौर पहुँच जावांगा, लाहौर नूं फतेह कर लवांगा। फिर कहते घंटे 3 में जा लाहौर मारा, इस बात में फर्क ना पड़ेगा जी। इस गल दे विच कोई भी अतकथनी नहीं होवेगी, एक गल बिल्कुल ही ठीक होवेगी। इस गल दे एक भी अखर विच कोई फर्क नहीं पवेगा कि मैं 3 घंटिਆਂ ਦੇ ਵਿੱਚ जाके लाहौर नूं फतेह कर लवांगा। सो शाह मुहम्मदा फगड़ों 13वीं नूं हम शहर लाहौर विच वड़ेगा जी। सो इस तरह कहता है कि फग्गण दी 13वीं तारीख नूं, फग्गण दी 13वीं तिथि नूं तारीख नूं उस दी फौज लाहौर शहर विच जाके दाखिल हो जाएगी। फग्गणों 13वीं नूं उस दी जिहड़ी फौज है वो लाहौर शहर विच जाके खड़ी हो जाएगी, पहुँच जाएगी। मतलब वो इन्नी जल्दी जड़ा कि इस हमले ते पहुँच जाएगा। सो इस तरह के चलते हैं जी। कहते बज्जी तुरम तमूर कायनात सुतरी, बज्जी तुरम तमूर करनाए सुतरी, तंबू बैरका नाल निशान मियाँ, कोतल पालकी बगियाँ तोप खानी, दूरबीन चंगी शायबान मियाँ, चढ़िया लंदनों लाट उठाए बीड़ा, डेरा पांदा विच मैदान मियाँ, शाह मुहम्मदा गोरियां छेड़ छेड़ी, मुल्क पार दा मलिया आन मियाँ। सो इस तरह जिहड़ी कि हैनरी हार्डिंग जिहड़ा कि लॉर्ड जिहड़ा हैनरी हार्डिंग जिहड़ा कि टुंडा है उसने हमला करन दी जिहड़ी तैयारी आ पूरी कर लई है ते वो हुण जिहड़ा हमला करन दे लई जा रहा है। अपने इस हमले दे विच वो जिहड़ी पंजाब दे नाल लड़ाई छड़न जा रहा है, अपने इस हमले दे विच वो फिर अपने नाल की लैके जा रहा है उस दे बारे उन्होंने अगले पैरे च गल कीती है। कहते अंग्रेज़ां ने अंग्रेजी फौजा ने पंजाब नाल लड़ाई छड़न की तैयारी है वो आरंभ कर दी है ते उन्हां दियां फौजां विच उन्हां दियां जिहड़ियां फौजां आ उहदे विच तुरम तंबूर करनाई सूतरी तंबू बैरका जिहड़ियां हन वो तुरम तंबूर सिंह भी जिहड़े सीगे उन्होंने अपने लड़ाई के जिहड़े बिगल वो बजा दिते हैं। जिहड़े फौज की जिहड़ियां अलग अलग टुकड़ियां जिहड़ा नाम तुरम तंबूर करनाई सिंह जिहड़े हैं उन्होंने अपने जिहड़े अपनी जिहड़ियां बिगल आ वो लड़ाई के बजा दिते हैं। उन्होंने कोल फिर की चीज़ां हैं जी, उन्होंने कोल कोतल पालकी वगियां तोपखाने दूरबीन, उन्होंने कोल ऊंट तंबू जड़ियां हैं ऊंट हैं तंबू हैं झंडे हैं झंडियां हैं ते उन्होंने जिहड़े अपने घोड़े हैं अपने नाल ले जाण लई शिंगारे हुए घोड़े पालकियां बग्घियां तोपखाने शामियाने दूरबीना वो नाल लैके चल पे हैं। उन्होंने कोल जिहड़ा है कहते कोतल पालकी बगियां तोपखाने दूरबीन ते शामियाने जिहड़े हैं वो नाल लैके उस लड़ाई के मैदान में चल पे हैं। उन्होंने राणी जिंदा दे कहते चढ़िया लंदनों लाट उठाए बेड़ा, डेरा पांगड़ा विच मैदान मियाँ, शाह मुहम्मदा गोरियां छेड़ छेड़ी मुल्क पार दा मलिया आन मियाँ। सो उन्होंने राणी जिंदा दे कहे अनुसार जिहड़ा सतलुज का जिहड़ा इलाका है उसनों आके मल लिया है तो लड़ाई का जिहड़ा मुंड है उन्होंने बना लिया है, बच लिया है। सो जिहड़ा टुंडे लाट सी हैनरी हार्डिंग जिहड़ा उसने इस लड़ाई का बेड़ा उठाया तो अपना डेरा उसने लड़ाई के मैदान में जाके ला लिया है। शाह मुहम्मद कहता है कि गोरियां ने हुण महाराणी जिंदा के कहे अनुसार जिहड़ा सतलुज तो पार का जिहड़ा इलाका आ है मुल्क पार का सतलुज तो पार का जिहड़ा इलाका है उसनों आण के मल लिया है तो लड़ाई का जिहड़ा मुंड है वो बच बना दिता है, बच लिया है। फ्रांसीसियां नूं अंदरों हुक्म होया तुसी जाओ खां तरफ कश्मीर नूं जी, उन्हां रब दा वास्ता पाया ही माई फड़ी ना किसे
पारों मुल्क फरंगियां मान लिया, पारों मुल्क फरंगियां मान लिया, असी मारांगे उस वहीर नूं जी, शाह मुहम्मदा आए ने होर पासियों होर परेओं, असां डकना उस वहीर नूं जी। हुण जिहड़ी राणी जिंदा है उसने जिहड़ा फ्रांसीसी हैं उन्हां फ्रांसीसी फौज के द्वारा सिखाए हुए जिहड़े लोग हैं जिहड़े सिख हैं जिन्होंने फ्रांसीसियां वालों पहला ही ट्रेनिंग मिली हुई सी, उन्हां नूं जिहड़ा महाराणी जिहड़ी जिंदा है उसने जदों अंग्रेज़ां ने सतलुज तो पार का इलाका जिहड़ा आके मलिया तां राणी जिंदा ने अंग्रेज़ां नाल कीती जिहड़ी साजबाज सी उसी राणी जिंदा दी अंग्रेज़ां नाल कीती हुई साजबाज के अनुसार फ्रांसीसी जरनैलां नूं जिन्हां दी सिखलाई जिहड़ी आ जिन्होंने सिखलाई मिली हुई सी उन्हां नूं उधर जिहड़ी फौज सी उन्हां नूं कश्मीर वल जाण दा हुक्म दे दिता, जिन्हां दी फ्रांसीसियां वालों पहला ही सिखलाई जिन्हां नूं प्राप्त सी। अजिही फौज नूं महाराणी जिंदा ने पहला ही कश्मीर जाण दा हुक्म दे दिता, पर वो जिहड़े फ्रांसीसी फौज वाले लोग सन वो सिंह सन, उन्होंने महाराणी जिंदा दे अगे वास्ता पाया, मिन्नत तरला कीता, कहा कि वो उन्होंने किस कसूर की सज़ा है वो दे रही है। उन्हें रब का वास्ता पाया ही माई फड़ी ना किसी तकशीर नूं जी कि वो जी उन्होंने किस कसूर की जी सज़ा दे रही है, किस कसूर के बदले उन्होंने कश्मीर दे वल भेज रही है। साडे मुल्क के उत्ते तां जिहड़ा साडा मुल्क है उन्होंने कहा कि वो सतलुज पार का जिहड़ा इलाका है उस दे उत्ते तां आके अंग्रेज़ां ने जां फरंगियां ने उस इलाके नूं मान लिया है, वो पार मुल्क का फरंगियां मान लिया, फरंगियां ने जां अंग्रेज़ां ने सतलुज पार का जिहड़ा इलाका है उसनूं आण के मान लिया है ते वो उस नाल लड़ाई करके उस तो वो इलाका खाली करवा लैणगे, असी उस उत्ते चढ़ाई कर देवांगे ते उसकी जिहड़ी फौज है वो उसनूं उत्थों वहीरा मार मार के पहुँचा देवांगे। शाह मुहम्मदा आए ने होर पासियों ये दूसरे पासियों आ चुके हैं, ये जिहड़े अंग्रेज हैं फ्रांसीसी हैं ये किसी होर पासियों चढ़ाई करके इत्थे आ गए हैं ते उन्होंने उस इलाके तो घट देंगे ते उस इलाके की राखी आप करनगे। ये जिहड़े आ फ्रांसीसी जिहड़े जरनैल हैं फ्रांसीसी सिखलाई वाले सिख जिहड़े जरनैल हैं वो कह रहे हैं। सो अगे चलते जी कहती माई आखिया सब चढ़ जान फौजा, माई आखिया सबे चढ़ जान फौजा, बूहे शहर दे रहन ना सकने जी, मुसलमानियां पड़तला रहन इत्थे, घोड़ चढ़े नहीं इत्थे रखने जी, कलगी वालड़े खालसे होण मूरे, कलगी वालड़े खालसे होण मूरे, अगों होर गरीब ना तकड़े जी, शाह मुहम्मदा जिन्हां दी तलब तेरा तलब तनखा, शाह मुहम्मदा जिन्हां दी तलब तेरा, मजे तिन्ना लड़ाई दे चखड़े जी। सो जिहड़ी महाराणी जिंदा है फिर वो जिहड़ी लड़ाई के मैदान दे विच किनू किनू भेज रही है इस पैरे विच ये इन्होंने दस्सिया है। सो जदों ये लड़ाई शुरू हो चुकी है तो महाराणी जिंदा ने आख्या कि सारियां सिख फौजा अंग्रेज़ां उत्ते चढ़ाई कर देन, मतलब सारियां ही सिख फौजा सबे चढ़ जान फौजा, सारियां ही सिख फौजा अंग्रेज़ां के उत्ते चढ़ाई कर देन, पर नाल दी नाल ही जिहड़ा लाहौर शहर है बूहे शहर दे रहन ना सकने जी, नाल दी नाल ही उसने क्या है कि जिहड़ा उस उत्थों की रखवाली करनी भी जरूरी है। सो लाहौर शहर के बूहे भी खाली सखने खाली नहीं रहने चाहिए। सो इसके लिए इत्थों मुसलमानी जिहड़ी पलटना हैं मुसलमानी जिहड़े लोग हैं वो इसलिए इत्थे रहने चाहिए हैं ते घोड़सवार कोई भी इत्थे नहीं रहेगा, सारे के सारे लड़ाई के मैदान विच चले जाएंगे। सो कलगी वालड़े वो कहते
कहती है कि कलकी वाले गुरु गोबिंद सिंह जी दे सिख कलकी वाले सिंह जिहड़े हन वो अगे हो के मूरे हो के लड़नगे ते होर किसी गरीब नूं अगे नहीं तकिया जाएगा। सो शाह मुहम्मद जिन्हां की तलब 13 कहते जिन्हां की तनख्वाह 13 रुपए रह चुकी है, सो उन्होंने ही इस लड़ाई के जिहड़े स्वाद हैं वो अगे हो के चखने चाहिए हैं। सो कह रही है कि जिन्हां की तनख्वाह 13 रुपए रह चुकी है उन्होंने ही इस लड़ाई के जिहड़े स्वाद हैं वो मूरे हो के चखने चाहिए हैं, उन्होंने इस लड़ाई में पहला भेजना चाहिए है। सो अगे चले जी, सारे पंथ नूं सद के कहन लगी मेथों गए खजाने निखुट वारी खाली हो चुके हैं। मेथों रहे खजाने निखुट वारी जिन्ना तीकरा पिया जमना तीकर पिया जो देश सुनना खाओ देश फरंगी दा लुट वारी मारो शहर फिरोजपुर लुधियाना सुटो छावनी उन्हां दी पुट वारी शाह मुहम्मदा लवो इनाम मेथों कड़े कैंठे मैं देवांगी सुट वारी। सो हुण महाराणी जिहड़ी जिंदा है वो की कह रही है, कहती महाराणी जिंदा कह रही है कि मेरे को सारे सिख फौज नूं बड़े प्यार के नाल महाराणी जिंदा जिहड़ी है वो समझा रही है, कह रही है कि उसके खजाने जिहड़े आ वो खाली हो चुके हैं, उसके जिहड़े सारे दे सारे खजाने हैं वो खाली हो चुके हैं ते उस कोल उन्हां नूं खर्चा जिहड़ा है देण लई कुछ भी नहीं है। सो वो उन्हां दा जिहड़ा खर्च है वो होर नहीं उठा सकती, क्यों? क्योंकि उसके सारे खजाने तो खाली हो चुके हैं। सो वो कह रही है कि इस दे लई कहंदी जमुना तक जिहड़ा देश है, जमुना तक जिहड़ा फरंगी दा देश है वो खाली पिया है, वो जिहड़े सिख हैं उसके उत्ते चढ़ाई कर देण, फरंगियां दे उत्ते चढ़ाई कर देण ते जमुना तक का जिहड़ा देश है जिहड़ा खाली पिया है वो फरंगी दा देश जाके लुट लैण। सो कहंदी ओह फिरोजपुर लुधियाना ते उस दियां होर छावणियां अंग्रेज़ां दियां फरंगियां दियां होर जिहड़ियां छावणियां हन उन्हां नूं पुट देण, इस तरह वो उन्हां दे उत्ते जित प्राप्त कर लैण, वो फिरोजपुर लुधियाने का शहर फतेह करके होर जिहड़ियां छावणियां हन वो उन्हां नूं लुट लैण ते इस तरह जिहड़ा फरंगी का जिहड़ा देश है उस दे उत्ते अपना कब्जा कर लैण। मारो शहर फिरोजपुर लुधियाना सुटो छावनी उन्हां दी पुट वारी शाह मुहम्मदा लो इनाम इथों। फिर कहती जेकर तुसी जिहड़ा फिरोजपुर लुधियाना फतेह कर लवोगे तो होर छावणियां दे उत्ते अपना अधिकार कर लवोगे तो फिर मैं भी तुहानूं इनाम दे वजों कड़े कैंठे जिहड़ी तुहाडे तो भी वार के सुट देवांगी, फिर तुसी मेरे तो भी इनाम के हकदार बन सकते हो तो मैं इस इनाम दे विच तुहाडे तो कड़े कैंठे कहती वार के सुट देवांगी। सो अगे चलते जी, सिंगा आखिया लड़ांगे होए टोटे, सिंगा आखिया लड़ांगे होए टोटे कहते सानू खबर कली दिने रात माई। सो हुण जिहड़े सिंह हैं उन्होंने जिहड़ी महाराणी जिंदा है उन्होंने अंग्रेज़ों के नाल जिहड़ी साझवाज हुई है, जो अंग्रेज़ों नाल उसने गंढ तो पहला तो की है उसका कोई पता नहीं है। सो वो इत्थे महाराणी जिहड़ी जिंदा है उसका पूरा का पूरा साथ जिहड़ा वो देण दी गल कर रहे हैं। की कहते हैं, कहते सिंगा आखिया लड़ांगे होए टोटे सानू खबर कली दिने रात माई, तेरी नौकरी विच ना फर्क करसा भावें खूह कत्ती भावें खार माई, सिंगा भोलिया मूल ना सही कीता, सिंगा भोलिया मूल ना सही कीता गुजा करन लई साडा घाट माई, शाह मुहम्मदा अजे ना जाणियो ने खाली चोपड़ी पई रात माई। सो इस तरह कहते जिहड़ी महाराणी जिंदा है उसकी चाल का सिंघां नूं बिल्कुल भी पता नहीं है तो वह इसलिए महाराणी जिंदा नूं कह रहे हैं कि वो लड़ाई की कोई भी खबर जिहड़ी है वो कदे भी सानू पहुँचा सकती है। और महाराणी जिंदा का
ਤੇ ਮਹਾਰਾਣੀ ਜਿਹੜੀ ਜਿੰਦਾ ਹੈ ਉਸ ਨੂੰ ਕਹਿ ਰਹੇ ਹਨ ਕਿ ਉਹ ਪੂਰੀ ਤਰ੍ਹਾਂ ਲੜਾਈ ਦੇ ਲਈ ਤਿਆਰ ਹਨ। ਉਹ ਸਿੱਖ ਫੌਜਾਂ ਨੂੰ ਅੰਗਰੇਜ਼ਾਂ ਉੱਪਰ ਚੜ੍ਹਾਈ ਕਰਨ ਲਈ ਜਦੋਂ ਵੀ ਉਹ ਕਹੇਗੀ ਉਹ ਉਸੇ ਸਮੇਂ ਹੀ ਤਿਆਰ ਹੋਣਗੇ ਤੇ ਸਿੱਖ ਰਾਜ ਦੀ ਰੱਖਿਆ ਦੇ ਲਈ ਟੋਟੇ ਹੋਣ ਨੂੰ ਵੀ ਤਿਆਰ ਹਨ। ਉਹਨਾਂ ਨੂੰ ਰਾਤ ਦਿਨ ਉਹ ਜਿਹੜਾ ਵੀ ਹਾਲਤ ਹੋਵੇ ਉਸ ਦੀ ਖਬਰ ਦਿੰਦੀ ਰਹੇ, ਉਹ ਦਿਨ ਰਾਤ ਉਸ ਨੂੰ ਲੜਾਈ ਦੀ ਜਿਹੜੀ ਖਬਰ ਹੈ ਦਿੰਦੀ ਰਹੇ। ਉਹ ਉਸ ਦੀ ਨੌਕਰੀ ਦੇ ਵਿੱਚ ਕੋਈ ਵੀ ਫਰਕ ਨਹੀਂ ਆਉਣ ਦੇਣਗੇ। ਉਹ ਉਸ ਦੀ ਜਿਹੜੀ ਨੌਕਰੀ ਹੈ ਉਸ ਵਿੱਚ ਕੋਈ ਫਰਕ ਨਹੀਂ ਆਉਣ ਦੇਣਗੇ, ਭਾਵੇਂ ਉਹ ਉਹਨਾਂ ਨੂੰ ਜਿਹੜੀ ਮਰਜ਼ੀ ਖਾਤੇ ਵਿੱਚ ਸੁੱਟ ਦੇਵੇ, ਉਹ ਉਸ ਦੀ ਨੌਕਰੀ ਵਿੱਚ ਕਦੇ ਵੀ ਫਰਕ ਨਹੀਂ ਆਉਣ ਦੇਣਗੇ। ਭੋਲੇ ਭਾਲੇ ਜਿਹੜੇ ਸਿੰਘ ਹਨ ਉਹਨਾਂ ਨੇ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਜਿਹੜੀ ਮਹਾਰਾਣੀ ਜਿੰਦਾ ਹੈ ਉਹ ਅੰਦਰ ਖਾਤੇ ਉਹਨਾਂ ਦਾ ਜਿਹੜਾ ਨਾਸ਼ ਹੈ ਉਹ ਕਰਨ ਲੱਗੀ ਹੋਈ ਸੀ। ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤਾ। ਸਿੰਘਾਂ ਭੋਲਿਆਂ ਨੇ ਬਿਲਕੁਲ ਵੀ ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਦੂਜਾ ਕਰਨ ਲਈ ਸਾਡਾ ਖਾਤਮਾ ਜਿਹੜੀ ਮਹਾਰਾਣੀ ਜਿੰਦਾ ਹੈ ਉਹ ਅੰਦਰ ਖਾਤੇ ਕਿਸ ਤਰ੍ਹਾਂ ਜਿਹੜੀ ਸਿੰਘਾਂ ਦਾ ਨਾਸ਼ ਕਰਨ ਵਿੱਚ ਲੱਗੀ ਹੋਈ ਹੈ। ਸੋ ਸ਼ਾਮ ਹੁੰਦਾ ਅਜੇ ਨੂੰ ਜਾਣਿਓ ਨੇ ਖਾਲੀ ਚੋਪੜੀ ਪਈ ਪ੍ਰਾਂਤ ਮਾਏ। ਸੋ ਸ਼ਾਹ ਮੁਹੰਮਦ ਕਹਿੰਦਾ ਹੈ ਕਿ ਰਾਣੀ ਜਿੰਦਾ ਤਾਂ ਚੋਪੜੀ ਹੋਈ ਖਾਲੀ ਪ੍ਰਾਂਤ ਵਾਂਗ ਸੀ ਜੋ ਅਸਲ ਵਿੱਚ ਉਹਨਾਂ ਦੀ ਤਬਾਹੀ ਲਈ ਕਰਨ ਵਿੱਚ ਲੱਗੀ ਹੋਈ ਸੀ। ਕਰਨਾ ਚਾਹੁੰਦੀ ਸੀ ਉਹ ਇੱਕ ਚੋਪੜੀ ਪ੍ਰਾਂਤ ਵਰਗੀ ਸੀ ਮਹਾਰਾਣੀ ਜਿੰਦਾ। ਸੋ ਇਸ ਤਰ੍ਹਾਂ ਜਿਹੜੀ ਮਹਾਰਾਣੀ ਜਿੰਦਾ ਹੈ ਉਹ ਅੰਗਰੇਜ਼ਾਂ ਦਾ ਪੂਰਾ ਸਾਥ ਦੇ ਰਹੀ ਹੈ ਤੇ ਆਪਣਾ ਬਦਲਾ ਲੈਣ ਲਈ ਸਿੰਘਾਂ ਦਾ ਜਿਹੜਾ ਖਾਤਮਾ ਹੈ ਉਹ ਕਰਵਾ ਰਹੀ ਹੈ। ਸੋ ਸਾਡੀ ਅੱਜ ਦੀ ਕਲਾਸ ਦੇ ਵਿੱਚ ਅਸੀਂ ਇੰਨਾ ਹੀ ਕਰਾਂਗੇ। ਬਾਕੀ ਦੀ ਜਿਹੜੀ ਰਚਨਾ ਬਾਕੀ ਬਚੀ ਹੈ ਜੀ ਉਹ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ। ਸੋ ਅੱਜ ਦੀ ਕਲਾਸ ਅਸੀਂ ਇੱਥੇ ਹੀ ਸਮਾਪਤ ਕਰਾਂਗੇ। ਤੇ ਤੁਸੀਂ ਘਰਾਂ ਵਿੱਚ ਰਹੋ, ਸੁਰੱਖਿਅਤ ਰਹੋ, ਪੜ੍ਹਦੇ ਰਹੋ, ਕਲਾਸ ਜ਼ਰੂਰ ਅਟੈਂਡ ਕਰਿਆ ਕਰੋ। ਜੇ ਕੁਝ ਨਹੀਂ ਸਮਝ ਆਉਂਦਾ ਤਾਂ ਜਿਹੜਾ ਫੋਨ ਕਰਕੇ ਮੈਸੇਜ ਕਰਕੇ ਪੁੱਛਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਤੁਹਾਡੀ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਦੂਰ ਕਰ ਸਕੀਏ। ਸੋ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ। ਧੰਨਵਾਦ ਜੀ।